ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨ ਆਈਆ ਸਹਿਜ ਨਾ ਲੱਗੋ ਭਾਉ। ਸਬਦੈ ਸਾਧ ਨਾ ਪਾਇਓ ਮਨ ਹਠ ਕਿਆ ਗੁਣ ਗਾਏ। ਮਨ ਪ੍ਰਤੀਤ ਨ ਆਈਆ ਸਹਿਜ ਨਾ ਲੱਗੋ ਭਾਉ। ਸਬਦੈ ਸਾਧ ਨਾ ਪਾਇਓ ਮਨ ਹਠ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ। ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ। ਮੁੰਡੈ ਦੀ ਖਸਲਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ। ਸਤਿਗੁਰ ਕੈ ਭੈ ਭਨ ਨਾ ਘੜਿਓ ਰਹੈ ਅੰਕ ਸਮਾਏ। ਅਣ ਦਿਨ ਸਹਿਸਾ ਕਦੇ ਨਾ ਚੂਕੈ ਬਿਨ ਸਬਦੈ ਦੁਖ ਪਾਏ। ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ। ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੇ ਆਏ। ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ। ਜੀਵਤ ਮਰੈ ਮਰੈ ਫੁਨ ਜੀਵੈ ਤਾ ਮੋਖ ਅੰਤਰ ਪਾਏ। ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ। ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਅਤਿਅੰਤ ਵਡਭਾਗੇ ਹੋ
ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਅੰਮ੍ਰਿਤਮਈ ਗੁਰੂ ਕੀ ਬਾਣੀ, ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਹਨ। ਉਪਰੰਤ ਸਰਵ ਆਸਾ ਪੂਰਨ ਕਰਨ ਵਾਲੀ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਜੀ ਨੇ ਬਿਹਾਗੜੇ ਦੀ ਵਾਰ ਵਿੱਚ ਜੋ ਪਾਵਨ ਸ਼ਲੋਕ ਉਚਾਰਨ ਕੀਤੇ ਹਨ, ਸਰਵਣ ਕਰੀਏ। ਸਾਰੀ ਸੰਗਤ ਪਿਆਰ ਸਹਿਤ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ, ਸਤਿਨਾਮ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ ਹਨ। ਜੋ ਉਕਤੀ ਸਹਿਤ ਵਰਣਨ ਕੀਤਾ ਜਾਵੇ, ਬਾਦ ਦਲੀਲ ਉਹ ਸ਼ਲੋਕ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਲੋਕ ਦੇ ਵਿੱਚ ਮਨਮੁਖ ਜੀਵਾਂ ਦੀ ਦਸ਼ਾ ਦੱਸੀ ਹੈ ਔਰ ਗੁਰਮੁਖ ਦੀ ਵੱਖਰੀ ਅਵਸਥਾ ਕੀ ਹੈ ਉਹ ਵੀ ਸਤਿਗੁਰੂ ਜੀ ਨੇ ਦਰਸਾਇਆ ਹੈ। ਮਨ ਪ੍ਰਤੀਤ ਨ ਆਈਆ, ਸਹਿਜ ਨਾ ਲੱਗੋ ਭਾਉ। ਮਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਆਇਆ, ਭਰੋਸਾ ਹੀ ਨਹੀਂ ਬਣਿਆ। ਇਸ ਸੰਸਾਰ ਵਿੱਚ ਸਭ ਤੋਂ ਔਖੀ ਜਿਹੜੀ ਚੀਜ਼ ਹੈ ਸਾਧ ਸੰਗਤ ਜੀ, ਉਹ ਸਾਧਨਾ ਸਭ ਤੋਂ ਕਠਿਨ ਜਿਹੜੀ ਹੈ ਉਹ ਹੈ ਭਰੋਸਾ ਬਣਾਉਣ ਦੀ, ਵਿਸ਼ਵਾਸ ਕਰਨ ਦੀ। ਸੰਸਾਰ ਦੇ ਵਿੱਚ ਕਰੋੜਾਂ ਅਰਬਾਂ ਲੋਕ ਆਏ ਹਨ ਔਰ ਇਹ ਕਰੋੜਾਂ ਅਰਬਾਂ ਲੋਕ ਮੰਦਰਾਂ ਗੁਰਦੁਆਰਿਆਂ ਵਿੱਚ ਵੀ ਜਾਂਦੇ ਹਨ, ਚਰਚ ਵਿੱਚ ਜਾਂਦੇ ਹਨ, ਮਸੀਤ ਵਿੱਚ ਜਾਂਦੇ ਹਨ। ਜੇ ਬਹੁਤਾ ਨਹੀਂ ਤਾਂ 70-80% ਆਬਾਦੀ ਦੁਨੀਆ ਦੀ ਧਰਮ ਨੂੰ ਮੰਨਣ ਵਾਲੀ ਹੈ। ਭਾਵੇਂ ਉਹ ਮੰਦਰਾਂ ਵਿੱਚ ਜਾਂਦੇ ਹਨ, ਭਾਵੇਂ ਗੁਰਦੁਆਰਿਆਂ ਵਿੱਚ, ਭਾਵੇਂ ਮਸੀਤਾਂ ਵਿੱਚ ਜਾਂਦੇ ਹਨ, ਭਾਵੇਂ ਚਰਚ ਵਿੱਚ ਜਾਂਦੇ ਹਨ। ਕੋਈ ਬੋਧੀ ਹਨ, ਕੋਈ ਜੈਨੀ ਹਨ, ਕੋਈ ਪਾਰਸੀ ਹਨ, ਕੋਈ ਯਹੂਦੀ ਹਨ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਈਸਾਈ, ਬਹੁਤ ਮਤ ਮਤਾਂਤਰਾਂ ਦੇ ਲੋਕ ਹਨ। ਜਿਹੜੇ ਨਾਸਤਿਕ ਲੋਕ ਹਨ, ਜੇ ਆਪਾਂ 50% ਵੀ ਕਰ ਲਈਏ ਤਾਂ ਵੀ, ਜੇ 30-70 ਦਾ ਅਨੁਪਾਤ ਕਰ ਲਈਏ ਤਾਂ ਵੀ ਜਿਹੜੇ ਨਾਸਤਿਕ ਲੋਕ ਹਨ ਉਹਨਾਂ ਨੂੰ ਤਾਂ ਪ੍ਰਤੀਤ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਵਿਸ਼ਵਾਸ, ਭਰੋਸਾ। ਕਿਉਂਕਿ ਭਰੋਸਾ ਵਿਸ਼ਵਾਸ ਨਾ ਹੋਣ ਕਰਕੇ ਹੀ ਉਹ ਨਾਸਤਿਕ ਕਹੇ ਜਾਂਦੇ ਹਨ। ਜੇ ਕੋਈ ਨਾਸਤਿਕਤਾ ਦੀ ਪਰਿਭਾਸ਼ਾ ਕਰੇਗਾ ਗਹਿਰਾਈ ਨਾਲ ਤਾਂ ਇਹੀ ਜਵਾਬ ਮਿਲੇਗਾ ਵੀ ਵਿਸ਼ਵਾਸ ਨਹੀਂ ਕਰਦੇ, ਪਰਮਾਤਮਾ ਉੱਤੇ ਟਰਸਟ ਨਹੀਂ ਕਰਦੇ। ਜਿਹੜੇ 70-80% ਧਾਰਮਿਕ ਲੋਕ ਕਹੇ ਜਾਂਦੇ ਹਨ, ਮੰਦਰਾਂ ਗੁਰਦੁਆਰਿਆਂ ਵਿੱਚ ਜਾਣ ਵਾਲੇ, ਹਾਲਾਤ ਉਹਨਾਂ ਦੇ ਵੀ ਐਸੇ ਹੀ ਹਨ। ਅਸੀਂ ਭਾਵੇਂ ਗੁਰਦੁਆਰੇ 'ਚ ਬੈਠੇ ਹਾਂ, ਭਾਵੇਂ ਮੰਦਰ 'ਚ ਹਾਂ, ਭਾਵੇਂ ਚਰਚ ਵਿੱਚ ਹਾਂ, ਜਿਹੜਾ ਗੁਰੂ ਦੇ ਬਚਨਾਂ 'ਤੇ ਭਰੋਸਾ ਕਰਨਾ ਹੈ, ਗੁਰੂ ਦੇ ਬਚਨਾਂ ਦੀ ਪ੍ਰਤੀਤ ਕਰਨੀ ਹੈ, ਉਹ ਸਾਡੇ ਤੋਂ ਨਹੀਂ ਹੋ ਰਹੀ। ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਵੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਮਨ ਪ੍ਰਤੀਤ ਨਾ ਆਈਆ। ਮਨ ਵਿੱਚ ਵਿਸ਼ਵਾਸ ਹੀ ਨਹੀਂ ਬਣਿਆ, ਭਰੋਸਾ ਹੀ ਨਹੀਂ ਬਣਿਆ। ਮਨ ਡਾਵਾਂਡੋਲ ਸਥਿਤੀ 'ਚ ਰਹਿੰਦਾ ਹੈ। ਸਹਿਜ ਨਾ ਲੱਗੋ ਭਾਉ। ਸਹਿਜ ਅਵਸਥਾ ਨਾਲ ਪ੍ਰੇਮ ਬਣਿਆ ਹੀ ਨਹੀਂ। ਸਹਿਜ ਦੇ ਅਰਥ ਜੋ ਪਾਰਸ ਭਾਗ ਦੇ ਵਿੱਚ ਮਹਾਂਪੁਰਸ਼ ਬਾਬਾ ਆਡਣ ਸ਼ਾਹ ਜੀ ਦੀ ਸੰਪਰਦਾ ਦੇ ਗੁਰਸਿੱਖ ਹੋਏ ਹਨ, ਭਾਈ ਗਾੜੂ ਜੀ ਆਦਿਕ,
ਉਹਨਾਂ ਨੇ ਪੋਥੀ ਲਿਖੀ ਹੈ। ਬਹੁਤ ਅਧਿਆਤਮਕ ਉਚਾਈ ਵਾਲੇ ਮਹਾਂਪੁਰਸ਼ ਸਨ। ਉਹਨਾਂ ਨੇ ਬਚਨ ਲਿਖਿਆ, ਸਹਿ ਨਾਮ ਨਾਲ ਦਾ ਹੈ। ਜਿਵੇਂ ਆਪਾਂ ਕਹਿੰਦੇ ਸਹਿਯੋਗੀ, ਸਹਿਕਰਮੀ, ਸਹਿਚਾਰੀ। ਸਹਿ ਮੈਨੇ ਨਾਲ, ਵਿਦ ਸਾਥ, ਜਿਹੜਾ ਨਾਲ ਤੁਰਦਾ ਹੈ ਜਾਂ ਨਾਲ ਕੰਮ ਕਰਦਾ ਹੈ ਉਹਨੂੰ ਸਹਿਕਰਮੀ ਕਹਿੰਦੇ ਆ। ਜਿਹੜਾ ਕੋਈ ਤੁਹਾਡੀ ਮਦਦ ਕਰਦਾ ਉਹਨੂੰ ਸਹਿਯੋਗੀ ਕਹਿੰਦੇ ਆ। ਇਸੇ ਤਰ੍ਹਾਂ ਸਹਿ ਸ਼ਬਦ ਦਾ ਮਤਲਬ ਹੈ ਨਾਲ। ਜ ਅੱਖਰ ਜਨਮ ਦਾ ਵਾਚਕ ਹੈ। ਜਿਵੇਂ ਕਮਲਜ, ਕਮਲ ਤੋਂ ਜੰਮਿਆ ਹੋਇਆ। ਪੰਕਜ, ਚਿੱਕੜ ਤੋਂ ਜੰਮਿਆ ਹੋਇਆ ਕਮਲ ਦਾ ਫੁੱਲ। ਜੋ ਸ਼ਬਦ ਜਨਮ ਦਾ ਵਾਚਕ ਹੈ। ਜੋ ਸਹਿ ਜਨਮ ਤੋਂ ਨਾਲ ਹੋਵੇ ਉਹਨੂੰ ਕਹਿੰਦੇ ਸਹਿਜ। ਜੋ ਜਨਮ ਤੋਂ ਨਾਲ ਕੌਣ ਹੈ? ਤੁਸੀਂ ਕਹਿ ਦਿਓਗੇ ਮਾਤਾ ਪਿਤਾ ਨਾਲ ਨੇ ਜਨਮ ਤੋਂ, ਭੈਣ ਭਾਈ ਨਾਲ ਨੇ ਜਨਮ ਤੋਂ, ਕਈ ਸਾਡੇ ਦੋਸਤ ਮਿੱਤਰ ਜਨਮ ਤੋਂ ਨਾਲ ਨੇ। ਨਹੀਂ, ਜਨਮ ਤੋਂ ਕੋਈ ਵੀ ਨਾਲ ਨਹੀਂ ਸਿਵਾਏ ਆਤਮਾ ਦੇ। ਇੱਕ ਅਕਾਲ ਪੁਰਖ ਦੀ ਜੋਤ ਆਤਮਾ ਜਨਮ ਤੋਂ ਨਾਲ ਹੈ। ਬਾਕੀ ਸਾਰੇ ਅੱਗੇ ਪਿੱਛੇ ਹੁੰਦੇ ਰਹਿੰਦੇ, ਵਿਛੜਦੇ ਰਹਿੰਦੇ ਆ। ਮਾਤਾ ਵੀ ਜਨਮ ਦੇਣ ਤੱਕ 9 ਮਹੀਨੇ ਪੇਟ 'ਚ ਰੱਖਦੀ ਹੈ। ਉਸ ਤੋਂ ਬਾਅਦ ਉਹ ਵੀ ਵੱਖ ਹੋ ਜਾਂਦੀ ਹੈ। ਚਲੋ ਠੀਕ ਹੈ, ਜੇ ਆਪਾਂ ਇੱਦਾਂ ਮੰਨਦੇ ਹਾਂ ਵੀ ਬੱਚੇ ਨੂੰ ਪਾਲਦੀ ਹੈ, ਜਵਾਨ ਤੱਕ ਕਰ ਦਿੰਦੀ ਹੈ। ਹੋ ਸਕਦਾ ਮਾਤਾ ਪਹਿਲਾਂ ਚਲੀ ਜਾਵੇ, ਵਿਛੋੜਾ ਪੈਣਾ ਹੀ ਪੈਣਾ, ਜਾਂ ਪੁੱਤਰ ਪਹਿਲਾਂ ਚਲਾ ਜਾਵੇ, ਐਸਾ ਵੀ ਹੁੰਦਾ ਹੈ। ਵਿਛੋੜਾ ਫਿਰ ਵੀ ਪੈਂਦਾ ਹੀ ਹੈ। ਸੰਸਾਰ ਦੇ ਜਿੰਨੇ ਵੀ ਸੰਬੰਧ ਹਨ, ਜਿੰਨੇ ਵੀ ਰਿਸ਼ਤੇਦਾਰ, ਸਾਹਿਬ ਜੀ ਕਹਿੰਦੇ ਸਰਪਰ ਵਿਛੜਨਾ। ਅਖੀਰ ਨੂੰ ਪੱਕਾ ਹੀ ਹੈ ਵੀ ਵਿਛੋੜਾ ਤਾਂ ਪੈਣਾ ਹੀ ਹੈ। ਜੋ ਨਹੀਂ ਵਿਛੜਦਾ ਉਹ ਅਕਾਲ ਪੁਰਖ ਹੀ ਹੈ। ਹਰ ਵੇਲੇ ਆਤਮ ਰੂਪ ਹੋ ਕੇ ਸਾਰਿਆਂ ਦੇ ਨਾਲ ਰਹਿੰਦਾ ਹੈ, ਸਾਰਿਆਂ ਦੇ ਵਿਦਮਾਨ ਰਹਿੰਦਾ ਵਿੱਚ। ਇਸ ਕਰਕੇ ਉਹ ਸਹਿਜ ਹੈ, ਜੋ ਜਨਮ ਤੋਂ ਨਾਲ ਹੈ। ਜਦੋਂ ਜਨਮ ਤੋਂ ਨਾਲ ਉਸ ਪਰਮਾਤਮਾ ਨੂੰ ਤੁਸੀਂ ਅਨੁਭਵ ਵਿੱਚ ਲਿਆਓਗੇ ਤਾਂ ਸਹਿਜ ਅਵਸਥਾ ਬਣੇਗੀ, ਵਰਨਾ ਨਹੀਂ ਬਣ ਸਕਦੀ। ਜੇ ਸਹਿਜ ਜੋ ਜਨਮ ਤੋਂ ਨਾਲ ਹੈ ਅਕਾਲ ਪੁਰਖ ਵਾਹਿਗੁਰੂ, ਉਹਦਾ ਚਿੰਤਨ ਕਰੋਗੇ, ਉਹਦੇ ਨਾਲ ਪ੍ਰੇਮ ਪਾਓਗੇ, ਤਾਂ ਫਿਰ ਤੁਹਾਡੀ ਮਨ ਦੀ ਅਵਸਥਾ ਟਿਕਾਅ ਵਾਲੀ ਬਣ ਜਾਏਗੀ। ਫਿਰ ਅਬਿਨਾਸੀ ਸੁਖ ਆਪਨ ਆਸਣ। ਕਹਿੰਦੇ ਜਿਵੇਂ ਸਾਰਾ ਦਿਨ ਬਾਹਰ ਘੁੰਮਣ ਵਾਲਾ, ਕੰਮ ਕਰਨ ਵਾਲਾ ਬੰਦਾ ਇਹ ਆਸ ਲਾਉਂਦਾ ਮੈਂ ਘਰ ਜਾਵਾਂ, ਘਰ ਜਾ ਕੇ ਆਰਾਮ ਨਾਲ ਖਾ ਪੀ ਕੇ ਸੌਵਾਂ। ਭਾਵੇਂ ਕਿਸੇ ਦਾ ਘਰ ਕੁੱਲੀ ਹੋਵੇ, ਭਾਵੇਂ ਕਿਸੇ ਦਾ ਘਰ ਮਹਿਲ ਹੋਵੇ, ਆਨੰਦ ਆਪਣੇ ਘਰ ਹੀ ਆਉਂਦਾ ਹੈ। ਆਪਣੇ ਮੰਜੇ 'ਤੇ, ਭਾਵੇਂ ਉਹ ਟੁੱਟੀ ਚਾਰਪਾਈ ਹੋਵੇ, ਭਾਵੇਂ ਬਹੁਤ ਵਧੀਆ ਸੋਫਾ ਹੋਵੇ, ਵਧੀਆ ਬੈੱਡ ਹੋਵੇ, ਇਹ ਗੱਲ ਵੱਖਰੀ ਹੈ, ਪਰ ਆਪਣਾ ਹੋਵੇ। ਆਪਣੇ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਅਵਿਨਾਸੀ ਸੁੱਖ ਆਪਨ ਆਸਨ। ਅਤੇ ਆਪਣਾ ਆਸਣ ਆਤਮਾ ਵਿੱਚ ਹੀ ਹੈ, ਪਰਮਾਤਮਾ ਵਿੱਚ ਹੀ ਹੈ। ਪਰਮਾਤਮਾ ਤੋਂ ਬਿਨਾਂ ਹੋਰ ਆਤਮਾ ਦਾ ਕੋਈ ਟਿਕਾਣਾ ਨਹੀਂ। ਸੋ ਮਹਾਰਾਜ ਕਹਿੰਦੇ ਮਨ ਵਿੱਚ ਵਿਸ਼ਵਾਸ ਵੀ ਨਹੀਂ ਆਇਆ ਅਤੇ ਉਸ ਸਹਿਜ ਸਰੂਪ ਪਰਮਾਤਮਾ ਨਾਲ ਪ੍ਰੇਮ ਵੀ ਨਹੀਂ ਪਿਆ। ਸਹਿਜ ਨਾ ਲੱਗੋ ਭਾਉ। ਸਹਿਜ ਦਾ ਮਤਲਬ ਪਰਮਾਤਮਾ ਹੈ। ਉਸ ਪਰਮਾਤਮਾ ਦੇ ਨਾਲ ਮਿਲੀ ਹੋਈ ਜਿਹੜੀ ਅਵਸਥਾ ਹੈ, ਉਸ ਅਵਸਥਾ ਨੂੰ ਵੀ ਸਹਿਜ ਅਵਸਥਾ ਕਹਿੰਦੇ। ਵੈਸੇ ਆਮ ਤੌਰ 'ਤੇ ਅਸੀਂ ਸਹਿਜ ਦਾ ਅਰਥ ਜਿਹੜਾ ਲੈਂਦੇ ਹਾਂ ਉਹ ਅਵਸਥਾ ਹੀ ਲੈਂਦੇ ਹਾਂ, ਵੀ ਸਹਿਜ ਅਵਸਥਾ, ਮਨ ਟਿਕਿਆ ਹੋਵੇ, ਉਹਨੂੰ ਸਹਿਜ ਕਹਿੰਦੇ ਆ। ਪਰ ਉਹਦਾ ਜੋ ਮੂਲ ਕਾਰਨ ਹੈ ਉਹਦੇ ਤੱਕ ਅੱਪੜਦੇ ਨਹੀਂ। ਮਹਾਰਾਜ ਕਹਿੰਦੇ ਉਹ ਪਰਮਾਤਮਾ ਹੈ। ਪਰਮਾਤਮਾ ਤੋਂ ਹੀ ਸਹਿਜ ਮਿਲਣਾ ਹੈ, ਵਰਨਾ ਨਹੀਂ ਮਿਲਣਾ। ਸ਼ਬਦੈ ਸਾਧ ਨ ਪਾਇਓ
ਮਨ ਹਠ ਕਿਆ ਗੁਣ ਗਾਏ। ਮਨ ਦੇ ਹਠ ਕਰਕੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਬਹੁਤ ਸਾਰੇ ਰਾਗ ਨਾਦ ਵਜਾ ਕੇ ਬਹੁਤ ਤਰੀਕਿਆਂ ਦੇ ਨਾਲ ਕੀਰਤਨ ਕਰੇ, ਕਥਾ ਕਰੇ ਜਾਂ ਗਾਵੇ, ਪਰ ਮਹਾਰਾਜ ਕਹਿੰਦੇ ਮਨ ਦੇ ਹੱਠ ਕਰਕੇ ਕਰ ਰਿਹਾ ਨਾ, ਇਸ ਕਰਕੇ ਸ਼ਬਦ ਦਾ ਸਵਾਦ ਪ੍ਰਾਪਤ ਨਹੀਂ ਹੋ ਸਕਦਾ। ਸ਼ਬਦੈ ਸਾਧ ਨਾ ਪਾਇਓ। ਸ਼ਬਦ ਬ੍ਰਹਮ ਹੈ। ਸ਼ਬਦ ਦੇ ਜਿਵੇਂ ਮਹਾਰਾਜ ਕਹਿੰਦੇ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇੱਥੇ ਸ਼ਬਦ ਦਾ ਮਤਲਬ ਧਰਮ ਵੀ ਹੈ। ਜਿਵੇਂ ਬ੍ਰਾਹਮਣ ਦਾ ਧਰਮ ਕੀ ਹੈ, ਖੱਤਰੀ ਦਾ ਧਰਮ ਕੀ ਹੈ, ਸ਼ੂਦਰ ਦਾ ਧਰਮ ਕੀ ਹੈ, ਵੈਸ਼ ਦਾ ਧਰਮ ਕੀ ਹੈ, ਮਹਾਰਾਜ ਨੇ ਇਹਦੇ 'ਚ ਦੱਸ ਦਿੱਤਾ। ਅਤੇ ਨਾਲ ਹੀ ਇਹ ਵੀ ਦੱਸ ਦਿੱਤਾ ਏਕ ਸ਼ਬਦੰ, ਇੱਕ ਸ਼ਬਦ ਕੀ ਹੈ? ਬ੍ਰਹਮ, ਜੋ ਸਾਰਿਆਂ ਵਿੱਚ ਵਿਆਪਕ ਹੈ, ਸ਼ਬਦ ਰੂਪ ਹੋ ਕੇ ਵਿਆਪਕ ਹੈ। ਸ਼ਬਦ ਦੁਆਰਾ ਹੀ ਜਾਣਿਆ ਜਾਂਦਾ। ਪ੍ਰਮਾਤਮਾ ਦੇ ਸਰੂਪ ਦੀ ਜਾਣਕਾਰੀ ਜੋ ਮਹਾਂਪੁਰਸ਼ਾਂ ਦੇ ਮੁਖ ਤੋਂ ਵਾਕ ਨਿਕਲਦੇ ਹਨ, ਉਹਨਾਂ ਵਾਕਾਂ ਦੁਆਰਾ ਹੀ ਹੁੰਦੀ ਹੈ, ਹੋਰ ਕੋਈ ਸਾਧਨ ਨਹੀਂ। ਆਖੋ ਸ੍ਰੀ ਵਾਹਿਗੁਰੂ। ਉਹ ਸ਼ਬਦ ਸਰੂਪ ਅਕਾਲ ਪੁਰਖ ਦਾ ਆਨੰਦ ਸਵਾਦ ਨਹੀਂ ਆਇਆ। ਸ਼ਬਦੈ ਸਾਧ ਨਾ ਪਾਇਓ। ਮਨ ਹਠ ਕਿਆ ਗੁਣ ਗਾਏ। ਜੇ ਮਨ ਦੇ ਹਠ ਕਰਕੇ ਉੱਚਾ ਉੱਚਾ ਗਾ ਰਿਹਾ ਹੈ, ਮਹਾਰਾਜ ਕਹਿੰਦੇ ਨਾ ਭੀਜੈ ਰਾਗੀ ਨਾਦੀ ਬੇਦ। ਭਾਵੇਂ ਕੋਈ ਰਾਗ ਨਾਦ ਜਿੱਦੇ ਮਰਜ਼ੀ ਕਰੀ ਜਾਵੇ, ਉਹ ਅਕਾਲ ਪੁਰਖ ਭੇਜਦਾ ਨਹੀਂ। ਮਨ ਹਠ ਕਿਆ ਗੁਣ ਗਾਏ। ਕਿਆ ਗੁਣ ਗਾਏਗਾ ਮਨ ਦੇ ਹੱਠ ਨਾਲ? ਅੰਦਰ ਸ਼ਬਦ ਦਾ ਰਸ ਹੀ ਨਹੀਂ ਆਇਆ। ਨਾਨਕ ਆਇਆ ਸੋ ਪ੍ਰਵਾਨ ਹੈ। ਜੇ ਗੁਰਮੁਖ ਸੱਚ ਸਮਾਏ। ਮਹਾਰਾਜ ਸਾਹਿਬ ਜੀ ਬਚਨ ਕਰਦੇ, ਉਹ ਗੁਰਮੁਖ ਦਾ ਆਉਣਾ ਸੰਸਾਰ 'ਤੇ ਪ੍ਰਵਾਨ ਹੋ ਗਿਆ। ਜਿਹੜਾ ਗੁਰਮੁਖ ਸੱਚ ਵਿੱਚ ਸਮਾ ਗਿਆ, ਭਾਵ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਫਿਰ ਅਕਾਲ ਪੁਰਖ ਦੇ ਸਰੂਪ ਵਿੱਚ ਲੀਨਤਾ ਹੋ ਜਾਂਦੀ ਹੈ। ਉਹਦਾ ਆਉਣਾ ਪ੍ਰਵਾਨ ਹੋ ਜਾਂਦਾ ਸੰਸਾਰ 'ਤੇ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਨ ਕਰਦੇ। ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਇਹ ਮੂਰਖ ਜੀਵ ਜਿਹੜਾ ਗੁਰੂ ਦੇ ਭਰੋਸੇ ਤੋਂ ਬਾਹਰ ਹੈ, ਆਪਣੀ ਆਤਮਾ ਨੂੰ ਪਛਾਣਦਾ ਨਹੀਂ, ਆਪਣੇ ਆਪ ਨੂੰ, ਆਪਣੇ ਸਰੂਪ ਨੂੰ ਵੇਖ ਨਹੀਂ ਸਕਦਾ, ਅਤੇ ਦੂਜਿਆਂ ਨੂੰ ਕੌੜੇ ਬਚਨ ਕਹਿ ਕੇ ਉਹਨਾਂ ਦਾ ਦਿਲ ਦੁਖਾ ਦਿੰਦਾ ਹੈ। ਅੱਜ ਕੱਲ੍ਹ ਅਸੀਂ ਦੇਖਿਆ ਹੈ, ਪਹਿਲੀ ਗੱਲ ਤਾਂ ਲੋਕ ਧਰਮ ਸਥਾਨਾਂ 'ਤੇ ਆਉਂਦੇ ਕੋਈ ਨਹੀਂ। ਜੇ ਆਉਂਦੇ ਨੇ ਅਤੇ ਥੋੜ੍ਹੇ ਦਿਨ ਆ ਕੇ, ਜਿਵੇਂ ਨਵਾਂ ਮੁਸਲਮਾਨ ਕਹਿੰਦੇ ਉੱਚੀ ਬਾਂਗ ਦਿੰਦਾ ਹੈ। ਇਹ ਕਹਾਵਤ ਚੱਲੀ ਆਉਂਦੀ ਹੈ ਵੀ ਨਵਾਂ ਮੁਸਲਮਾਨ ਬਣੇ ਨਾ, ਉਹ ਬਾਂਗ ਉੱਚੀ ਦਿੰਦਾ ਹੈ। ਜਿਹੜੇ ਕੋਈ ਨਵੇਂ ਗੁਰਦੁਆਰੇ ਆਉਣ ਲੱਗਦੇ, ਮਹੀਨਾ 2 ਮਹੀਨੇ ਹੁੰਦੇ ਹੈ, ਅਤੇ ਉਹ ਆ ਕੇ ਇੱਦਾਂ ਸਮਝਦੇ ਆ ਵੀ ਸਾਰੀ ਦੁਨੀਆ ਦਾ ਗਿਆਨ ਸਾਨੂੰ ਹੀ ਹੈ, ਸਾਨੂੰ ਸਭ ਪਤਾ ਲੱਗ ਗਿਆ, ਅਸੀਂ ਹੁਣ ਬੜੀ ਕ੍ਰਾਂਤੀ ਲਿਆਵਾਂਗੇ, ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਠੀਕ ਕਰ ਦਿਆਂਗੇ, ਅਸੀਂ ਗ੍ਰੰਥੀਆਂ ਨੂੰ ਠੀਕ ਕਰ ਦਿਆਂਗੇ, ਅਸੀਂ ਰਾਗੀਆਂ ਨੂੰ ਠੀਕ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਉਹ ਫਿਰ ਸਾਰਾ ਜ਼ੋਰ ਲਾਉਂਦੇ ਹੈ, ਅਤੇ ਆ ਕੇ ਫਿਰ ਉਹ ਸ਼ਬਦ ਜਦੋਂ ਵਰਤਦੇ ਆ, ਬੋਲਣ ਦਾ ਪਤਾ ਨਹੀਂ ਹੁੰਦਾ। ਜਿਵੇਂ ਉਖੜਿਆ ਕੁਹਾੜਾ ਹੁੰਦਾ ਨਾ, ਇਵੇਂ ਬੋਲਦੇ। ਮਹਾਰਾਜ ਕਹਿੰਦੇ ਇੱਦਾਂ ਕੁਛ ਨਹੀਂ ਹੁੰਦਾ। ਆਪਣਾ ਆਪ ਨਾ ਪਛਾਣੈ ਮੂੜਾ। ਜਿੰਨਾ ਚਿਰ ਆਪਣੇ ਸਰੂਪ ਨੂੰ ਪਛਾਣਿਆ ਨਹੀਂ, ਅਵਰਾ ਆਖ ਦੁਖਾਏ। ਦੂਜਿਆਂ ਨੂੰ ਕੁਝ ਬਚਨ ਕੌੜਾ ਕਹਿ ਕੇ ਉਹਨਾਂ ਦਾ ਦਿਲ ਦੁਖਾ ਦਿੰਦੇ। ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾਂ ਖਾਏ। ਜਿਹੜੀ ਕੁਸੰਗ ਕਰਕੇ ਮੁੱਢ ਤੋਂ ਭੈੜੀ ਸੰਗਤ ਪਈ, ਖਸਲਤ ਕਹਿੰਦੇ ਆਦਤਾਂ,
ਪੰਜਾਬੀ 'ਚ ਆਮ ਵਰਤਿਆ ਜਾਂਦਾ। ਇਹ ਬੰਦੇ ਦੀ ਤਾਂ ਖਸਲਤ ਹੀ ਕਹਿੰਦੇ ਇੱਦਾਂ ਦੀ ਹੈ। ਜਿਹੜੀਆਂ ਮੁੱਢਲੀਆਂ ਭੈੜੀਆਂ ਆਦਤਾਂ ਪਈਆਂ, ਰਾਖਸ਼ ਬਿਰਤੀ ਬੜੀ ਹੈ ਅੰਦਰ, ਕਦੀ ਸੁਪਨੇ ਨਾਮ ਨਾ ਹਰ ਲਈਆ। ਸੁਪਨੇ 'ਚ ਤਾਂ ਵਾਹਿਗੁਰੂ ਆਖਿਆ ਨਹੀਂ ਕਦੀ। ਕਦੀ ਗੁਰੂ ਕੇ ਪਿਆਰਿਆਂ ਦੀ ਸੰਗਤ ਨਹੀਂ ਕੀਤੀ, ਕਦੀ ਗੁਰੂ ਕੇ ਲੰਗਰ ਦੇ ਜੂਠੇ ਭਾਂਡੇ ਨਹੀਂ ਮਾਂਜੇ, ਕੋਈ ਗੁਰੂ ਘਰ ਝਾੜੂ ਨਹੀਂ ਫੇਰਿਆ, ਦਾਨ ਪੁੰਨ ਨਹੀਂ ਸੰਤਨ ਸੇਵਾ। ਉਹ ਸਾਡੇ ਇੱਕ ਮਹਾਂਪੁਰਸ਼ ਮੇਰੇ ਬੜੇ ਪਿਆਰੇ ਮਿੱਤਰ, ਉਹਨਾਂ ਦੇ ਮੂੰਹ 'ਤੇ ਗੱਲ ਚੜ੍ਹੀ ਹੁੰਦੀ ਸੀ। ਉਹ ਕਹਿੰਦੇ ਹੁੰਦੇ ਸੀ, ਛੁੱਟ ਨੇਕੀ ਤੋਂ ਸਾਰਾ ਕੁਝ ਹੀ ਕਰੀਦਾ। ਕਹਿੰਦੇ ਕਹਾ ਮੂੰਹ 'ਤੇ ਚੜ੍ਹੀ, ਕਹਿੰਦਾ ਛੁੱਟ ਨੇਕੀਓ ਸਭ ਕੁਛ ਕਰ ਲਈਦਾ, ਪਰ ਨੇਕੀ ਨਹੀਂ ਕੀਤੀ ਕਦੀ, ਬਦੀ ਸਾਰੀ ਕੀਤੀ ਹੈ। ਅਤੇ ਫਿਰ ਉਹ ਮਹਾਰਾਜ ਕਹਿੰਦੇ ਵੀ ਮੁੰਡੇ ਦੀ ਖਸਲਤ ਨਾ ਗਈਆ ਆਂਦੇ। ਜਿਹੜੀਆਂ ਉਹ ਭੈੜੀਆਂ ਆਦਤਾਂ ਨੇ ਉਹ ਗਈਆਂ ਕੋਈ ਨਹੀਂ। ਵਿਛੜ ਚੋਟਾਂ ਖਾਏ, ਮਹਾਰਾਜ ਅਕਾਲ ਪੁਰਖ ਤੋਂ ਵਿਛੜ ਕੇ ਚੋਟਾਂ ਖਾ ਰਿਹਾ। ਸਤਿਗੁਰ ਕੈ ਭੈ ਭੰਨ ਨਾ ਘੜਿਓ, ਰਹਿ ਅੰਕ ਸਮਾਏ। ਕਹਿੰਦੇ ਸਤਿਗੁਰੂ ਦੇ ਭੈ ਵਿੱਚ ਨਹੀਂ ਆਇਆ। ਜਿਵੇਂ ਸੁਨਿਆਰਾ, ਉਹਦੇ ਕੋਲ ਜਾ ਕੇ ਤੁਸੀਂ ਸੋਨੇ ਦੀ ਡਲੀ ਦਿਓ, ਕੋਈ ਗਹਿਣਾ ਦਿਓ, ਉਹਨੂੰ ਕਹੀਏ ਵੀ ਆਹ ਗਹਿਣਾ ਭੰਨ ਕੇ ਇਹਦਾ ਹੋਰ ਰੂਪ ਬਣਾ ਦੇ। ਅਤੇ ਜਿਵੇਂ ਮੰਨ ਲਓ ਕੋਈ ਛਾਪ ਹੈ ਅਤੇ ਉਹਦੀ ਤੁਸੀਂ ਚੈਨੀ ਬਣਾਉਣੀ ਹੈ, ਜਾਂ ਚੈਨੀ ਹੈ ਤਾਂ ਉਹਦਾ ਕੜਾ ਬਣਾਉਣਾ, ਅਤੇ ਉਹ ਫਿਰ ਉਸ ਜਿਹੜਾ ਸੁਨਿਆਰਾ ਹੈ ਉਸ ਗਹਿਣੇ ਨੂੰ ਭੰਨੇਗਾ, ਉਹਨੂੰ ਕੁਠਾਲੀ 'ਚ ਪਾਏਗਾ, ਉਹਨੂੰ ਸਤਾਏਗਾ, ਉਹਦੀ ਮੈਲ ਖੋਟ ਕੱਢੇਗਾ, ਫਿਰ ਉਹਦਾ ਰੂਪ ਬਦਲ ਕੇ ਦੂਜਾ ਬਣਾ ਦੇਗਾ। ਅਸੀਂ ਹੈ ਤਾਂ ਸਾਕਤ ਮਨਮੁਖ, ਪਸ਼ੂ ਪੰਛੀ ਕੀੜੇ ਮਕੌੜਿਆਂ ਜੂਨਾਂ 'ਚ ਰਹਿ ਕੇ 84 ਲੱਖ ਜੂਨਾਂ 'ਚ ਆਏ, ਅਤੇ ਗੁਰੂ ਸੁਨਿਆਰ ਕੋਲ ਆ ਗਏ। ਅਤੇ ਹੁਣ ਗੁਰੂ ਸੁਨਿਆਰ ਦੇ ਕੋਲ ਜਿਹੜਾ ਤਰੀਕਾ ਹੈ, ਪ੍ਰੋਸੈਸ ਹੈ, ਉਹ ਤਾਂ ਇਹੀ ਹੈ ਨਾ ਵੀ ਉਹਨੂੰ ਭੰਨੇਗਾ। ਅਤੇ ਉਹ ਕਹਿੰਦਾ ਵੀ ਮੈਂ ਭੰਨਣਾ ਨਹੀਂ, ਮੈਂ ਭੰਨੋ ਨਾ ਮੈਨੂੰ, ਅਤੇ ਉੱਦਾਂ ਦਾ ਹੀ ਬਦਲ ਦਿਓ। ਹੁਣ ਇੱਦਾਂ ਕਿਵੇਂ ਹੋ ਸਕਦਾ? ਆਖੋ ਸ੍ਰੀ ਵਾਹਿਗੁਰੂ। ਜਿਹੜਾ ਗਹਿਣਾ ਬਦਲਣਾ, ਰੂਪ ਬਦਲਣਾ, ਭੰਨਣਾ ਤਾਂ ਪੈਣਾ ਹੀ ਹੈ। ਭੰਨਿਆ ਹੈ ਨਹੀਂ। ਛਾਪ ਦੀ ਹੁਣ ਕਹਿੰਦਾ ਵੀ ਕੜਾ ਬਣਾ ਦੇ, ਕੜੇ ਦਾ ਮੈਨੂੰ ਕਹਿੰਦੇ ਚੈਨੀ ਬਣਾ ਦੇ, ਪਰ ਭੰਨੀ ਨਾ, ਗੱਲ ਬਣਦੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗਹਿਣਾ ਭੱਜ ਕੇ ਦੂਜਾ ਰੂਪ ਧਾਰਨ ਕਰਦਾ, ਉਹ ਕਿਸੇ ਦੇ ਗਲ ਦਾ ਹਾਰ ਬਣਦਾ, ਕਿਸੇ ਦੀ ਅੰਗੂਠੀ ਦੀ ਉਂਗਲੀ ਦਾ ਸ਼ਿੰਗਾਰ ਬਣਦਾ, ਹੱਥ ਦਾ ਸ਼ਿੰਗਾਰ ਬਣਦਾ, ਕਿਸੇ ਦਾ ਕੜਾ ਬਣਦਾ, ਬਦਲਦਾ ਤਾਂ ਹੀ। ਸਤਿਗੁਰੂ ਸਾਹਿਬ ਜੀ ਦੇ ਅੰਕ ਸਮਾਉਣ ਵਾਸਤੇ, ਪਰਮੇਸ਼ਰ ਦੇ ਗਲ ਲੱਗਣ ਵਾਸਤੇ ਜ਼ਰੂਰੀ ਸੀ ਕਿ ਇੱਕ ਵਾਰੀ ਭੱਜ ਜਾਂਦਾ। ਉਹ ਭੱਜਣ ਦਾ ਤਰੀਕਾ ਵੀ ਮੈਂ ਹੈ ਹੀ ਨਹੀਂ, ਤੂੰ ਹੀ ਹੈ। ਮਨ ਵੇਚਿਆ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਆਪਣੀ ਸਾਰੀ ਮੱਤ ਛੱਡ ਕੇ, ਆਪਣੀ ਸਾਰੀ ਸਿਆਣਪ ਛੱਡ ਕੇ ਗੁਰੂ ਦੇ ਭੈ 'ਚ ਭੰਨਣਾ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਉਹ ਕੀਤਾ ਹੀ ਨਹੀਂ। ਸਤਿਗੁਰ ਕੈ ਭੈ ਭੰਨ ਨਾ ਘੜਿਓ। ਪਹਿਲਾਂ ਭੱਜਿਆ ਨਹੀਂ, ਫਿਰ ਘੜਿਆ ਨਹੀਂ। ਜਿਹਦੇ ਨਾਲ ਰਹਿ ਅੰਕ ਸਮਾਏ, ਉਸ ਵਾਹਿਗੁਰੂ ਦੇ ਸਰੂਪ ਵਿੱਚ ਸਮਾਇਆ ਰਹਿਣਾ ਸੀ, ਤਾਂ ਹੀ ਸਮਾਉਣਾ ਸੀ। ਜੇ ਭੱਜਣਾ ਸੀ ਪਹਿਲੇ, ਫਿਰ ਬਣਨਾ ਸੀ, ਉਹ ਹੋਇਆ ਹੀ ਨਹੀਂ। ਅਣਦਿਨ ਸਹਿਸਾ ਕਦੇ ਨਾ ਚੂਕੈ, ਬਿਨ ਸ਼ਬਦੈ ਦੁੱਖ ਪਾਏ। ਹੁਣ ਅੰਦਰ ਸਹਿਸਾ ਰਹਿੰਦਾ ਹਰ ਵੇਲੇ, ਇਹ ਕੀ ਹੋ ਗਿਆ, ਉਹ ਕੀ ਹੋ ਗਿਆ, ਕਿਵੇਂ ਹੋ ਗਿਆ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਕੀ ਹੋਇਆ ਅਤੇ ਕੀ ਕਿਉਂ ਹੋਇਆ, ਖੱਪ ਖੱਪ ਮਰੇ ਸਿਆਣੇ। ਅੱਜ ਜਿੰਨੀ ਸਾਡੇ ਸਿੱਖ ਸਮਾਜ ਦੀ ਦੁਰਦਸ਼ਾ ਹੈ ਇਸ ਮਸਲੇ 'ਤੇ, ਹੋਰ ਸ਼ਾਇਦ ਨਾ ਹੋਵੇ। ਵੈਸੇ ਹੈ ਤਾਂ ਸਾਰੀ ਦੁਨੀਆ ਵਿੱਚ ਹੀ ਅੱਜ ਇਹ ਚੱਕਰ ਚੱਲਿਆ ਹੋਇਆ ਵੀ ਜਿੱਧਰ ਵੀ ਜਾਓ ਉੱਥੇ ਹੀ ਇਹ ਹੈ ਵੀ ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ। ਟੈਨਸ਼ਨਾਂ ਹੀ ਪਈਆਂ ਹੋਈਆਂ। ਧਰਮ ਦੇ ਮਾਮਲੇ 'ਤੇ ਵੀ ਟੈਨਸ਼ਨਾਂ ਨੇ, ਕੀ ਖਾਈਏ ਕੀ ਨਾ ਖਾਈਏ। ਗਿਆਨੀਆਂ ਕੋਲੋਂ ਸਰਟੀਫਿਕੇਟ ਮੰਗਦੇ ਆ, ਲਿਖ ਕੇ ਦਿਓ ਸਾਨੂੰ ਵੀ ਆਹ ਖਾ ਲਈਏ ਕਿ ਨਾ ਖਾਈਏ। ਉਹ ਜਿਹੜੀ ਗੱਲ ਕਰਨੀ ਸੀ ਉਹ ਤਾਂ ਕੀਤੀ ਨਹੀਂ। ਗੁਰਬਾਣੀ ਦਾ ਅਭਿਆਸ ਨਹੀਂ ਕੀਤਾ, ਗੁਰੂ ਦੇ ਭੈ 'ਚ ਭੱਜੇ ਨਹੀਂ, ਅਤੇ ਘਾੜਤ ਘੜੀ ਨਹੀਂ ਗਈ। ਮਹਾਰਾਜ ਕਹਿੰਦੇ ਫਿਰ ਸਹਿਸਾ ਹੀ ਰਹੇਗਾ। ਬਿਨ ਸ਼ਬਦੈ ਦੁੱਖ ਪਾਏ, ਸ਼ਬਦ ਤੋਂ ਬਿਨਾਂ ਦੁਖੀ ਹੁੰਦੇ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ। ਅੰਦਰ ਬੜੇ ਬਲੀ ਚੋਰ ਬੈਠੇ, ਕਾਮ ਕ੍ਰੋਧ ਲੋਭ, ਉਹ ਖਿੱਚ ਖਿੱਚ ਕੇ ਘੜੀਸ ਘੜੀਸ ਕੇ ਉੱਧਰ ਹੀ ਲਾਉਂਦੇ ਧੰਦਿਆਂ ਵੱਲ। ਆਹ ਕਰ, ਹੁਣ ਤੂੰ ਆਹ ਕਰ। ਉਹ ਧੰਦਾ ਕਰਦਿਆਂ ਹੀ ਜ਼ਿੰਦਗੀ ਲੰਘ ਜਾਂਦੀ। ਚਰਨ ਕਰ ਦੇਖਤ ਸੁਣ ਥੱਕੇ,
ਦੇਹ ਮੁੱਕੇ ਨੇੜੇ ਆਏ, ਚਰਨ ਪੈਰ ਕਰ ਮੈਨੇ ਹੱਥ, ਦੇਖਤ ਮੈਨੇ ਅੱਖਾਂ, ਸੁਣ ਮੈਨੇ ਕੰਨ। ਇਹ ਸਾਰੇ ਥੱਕ ਗਏ। ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ। ਕਿੰਨੇ ਹੀ ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਇਸ ਪ੍ਰਥਾਏ ਵੀ ਚਰਨ ਰਹੇ ਕਰ ਢਰਕ ਭਰੇ ਹੈ, ਮੁੱਖੋਂ ਨਾ ਨਿਕਸੈ ਬਾਤਾ। ਅੱਖਾਂ 'ਚੋਂ ਹੰਝੂ ਵਗੀ ਜਾਂਦੇ ਆ, ਹੱਥ ਕੰਬਦੇ ਆ, ਸਿਰ ਕੰਬਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਇਹ ਦਸ਼ਾ ਬੁਢੇਪੇ 'ਚ ਹੋਣੀ ਆ। ਦੇਹ ਮੁੱਕੇ ਦਿਨ ਮੁੱਕ ਰਹੇ ਨੇ ਜਿਹੜੇ ਲੈ ਕੇ ਆਇਆ ਸੀ, ਨੇੜੇ ਆਏ। ਉਹ ਜਿਹੜਾ ਸਰੀਰ ਛੱਡਣ ਵਾਲਾ ਦਿਨ ਹੈ ਉਹ ਵੀ ਨੇੜੇ ਆ ਰਿਹਾ ਹੈ। ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਾਮ ਨਿਧ ਪਾਏ। ਜਿਸ ਨਾਮ ਤੋਂ ਇਸ ਨੂੰ 9 ਨਿਧੀਆਂ 18 ਸਿੱਧੀਆਂ ਮਿਲਣੀਆਂ ਸੀ, ਉਹ ਤਾਂ ਚੰਗਾ ਹੀ ਨਹੀਂ ਲੱਗਾ। ਉਹਨੂੰ ਤਾਂ ਕਹਿੰਦਾ ਇਹ ਤਾਂ ਐਵੇਂ ਹੀ ਹੈ, ਨਾਮ ਜਪਣ ਦੀ ਕੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਆਖਣ ਦਾ ਕੀ ਫਾਇਦਾ। ਉਹ ਉਲਟਾ ਉਹਨੂੰ ਨਿੰਦਾ ਕਰਦੇ, ਔਰ ਕਰਦੇ ਵੀ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਬਹਿ ਕੇ ਹੈ, ਗੁਰਦੁਆਰਿਆਂ ਦੇ ਵਿੱਚ ਬਹਿ ਕੇ ਹੈ। ਉਹ ਬੰਦੇ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ ਮੰਨਦੇ, ਅਤੇ ਉਹੀ ਗੁਰੂ ਗ੍ਰੰਥ ਸਾਹਿਬ ਦਾ ਬਾਰ ਇੱਕੋ ਹੀ ਸਿਧਾਂਤ ਹੈ, ਨਾਮ ਜਪੋ, ਉਹਦੀ ਆਲੋਚਨਾ ਕਰਦੇ ਆ। ਮਹਾਰਾਜ ਕਹਿੰਦੇ ਆ ਕਾਮ ਕ੍ਰੋਧ ਲੋਭ ਅੰਤਰ ਸਬਲਾ। ਅੰਦਰ ਬੜਾ ਬਲੀ ਕਾਮ ਕ੍ਰੋਧ ਬੈਠਾ। ਨਿਤ ਧੰਦਾ ਕਰਤ ਵਿਆਏ, ਧੰਦਾ ਕਰਦਿਆਂ ਬੀਤ ਗਈ ਜ਼ਿੰਦਗੀ ਅਤੇ ਸੱਚਾ ਨਾਮ ਮਿੱਠਾ ਲੱਗਾ ਨਹੀਂ। ਜੀਵਤ ਮਰੈ ਮਰੈ ਫੁਨ ਜੀਵੈ, ਤਾਂ ਮੁਖ ਅੰਤਰ ਪਾਏ। ਕਹਿੰਦੇ ਗੱਲ ਤਾਂ ਤਾਂ ਬਣਨੀ ਸੀ, ਮੁਕਤੀ ਦਾ ਦੁਆਰਾ ਅੰਦਰ ਹੀ ਮੁਕਤੀ ਲੱਭਣੀ ਸੀ। ਜੇ ਇਹ ਜਿਉਂਦਿਆਂ ਮਰ ਜਾਂਦਾ ਫਿਰ ਇਹ ਦੁਬਾਰਾ ਜੀਂਦਾ। ਉਹੀ ਭੈ ਭੰਨ ਵਾਲੀ ਜਿਹੜੀ ਗੱਲ ਮਹਾਰਾਜ ਨੇ ਲਿਖੀ ਹੈ ਨਾ, ਘੜਨ ਪਹਿਲਾਂ ਸਤਿਗੁਰੂ ਮਾਰਦਾ ਹੈ ਫਿਰ ਜਿਵਾਂਦਾ। ਸਤਿਗੁਰੂ ਮੇਰਾ ਮਾਰ ਜਿਵਾਲਾ, ਇੱਕ ਵਾਰੀ ਤਾਂ ਮਾਰ ਦਿੰਦਾ ਫਿਰ ਅਸਲੀ ਜੀਵਨ ਦੇ ਦਿੰਦਾ ਹੈ। ਜੀਵਤ 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 ਰਹੋ, ਜਿਉਂਦਾ ਰਹਿ ਜਿਉਂਦਾ ਰਹਿ ਜਿਉਂਦਾ ਰਹਿ। ਇਹ ਤਾਂ ਮਹਾਰਾਜ ਦੀ ਆਸ਼ੀਰਵਾਦ ਹੈ। ਪਰ ਜਿਹੜਾ ਇਹਦਾ ਪਾਠ ਦਾ ਅਸਲੀ ਅਰਥ ਸੰਪਰਦਾਇ ਗਿਆਨੀਆਂ ਨੇ ਕੀਤਾ, ਉਹ ਸੰਧੀ ਵਿਛੇਦ ਹੋਰ ਤਰ੍ਹਾਂ ਕੀਤਾ ਹੈ। ਜੀਵ ਜਿਹੜਾ ਤੱਤਾ ਲੱਗਾ ਉਹ ਅਗਲੇ ਪਾਸੇ ਜੀਵਤ ਨਾ ਲਾਓ। ਤਜੀਵਤ ਜੀਵ ਭਾਵ ਨੂੰ ਤਜੀਵਤ ਮੈਨੇ ਤਿਆਗ ਦੇਣਾ। ਮੈਂ ਜਿਉਂਦਾ ਹਾਂ, ਇਹ ਤਿਆਗ ਦੇਵੇ ਤਾਂ ਫੇਰ ਹੈ ਜੀਵਤ ਰਹੋ। ਜੀਵ ਤਜੀਵਤ ਜੀਵਤ ਰਹੋ। ਜੀਵ ਭਾਵ ਨੂੰ ਤਜ ਕੇ ਵੀ ਮੈਂ ਜਿਉਂਦਾ ਹਾਂ, ਇਹ ਤਜ ਕੇ ਫੇਰ ਜੀਵਤ ਰਹੋ। ਅਤੇ ਜੇ ਆਪਾਂ ਜੇ ਤਜਿਆ ਹੀ ਨਹੀਂ ਅਤੇ ਫਿਰ ਉਹ ਜੀਣਾ ਕਿੱਥੇ? ਉਹ ਜੀਣਾ ਤਾਂ ਬਾਅਦ ਦਾ ਨਾ। ਜੇ ਹੁਣ ਛਾਪ ਕਵੇ ਵੀ ਮੈਂ ਚੈਨੀ ਬਣਨਾ, ਗਲ ਦਾ ਹਾਰ ਬਣਨਾ, ਅਤੇ ਮੈਂ ਪਰ ਛਾਪ ਵੀ ਪੁਣਾ ਛਾਪ ਛੱਡਣਾ ਨਹੀਂ, ਉਹ ਵੀ ਰੱਖਣਾ। ਫਿਰ ਦੋ ਥੋੜ੍ਹਾ ਚੋਪੜੀਆਂ ਵੀ ਅਤੇ ਦੋ ਇੱਦਾਂ ਥੋੜ੍ਹਾ ਹੁੰਦਾ। ਸਾਡੀ ਇਹ ਹਾਲਤ ਹੈ। ਮਹਾਰਾਜ ਕਹਿੰਦੇ ਹੈ ਇਹ ਆਪਣਾ ਆਪ ਤਿਆਗਦਾ ਹੀ ਨਹੀਂ। ਮੁੱਢਾਂ ਦੀ ਖਸਲਤ ਨਾ ਗਈਆ ਅੰਧੇ, ਗੁਰ ਕਾ ਧੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਕਹਿੰਦੇ ਉਹ ਧੁਰ ਤੋਂ ਵੀ ਵਾਹਿਗੁਰੂ ਦੀ ਬਖਸ਼ਿਸ਼ ਵੀ ਨਹੀਂ ਹੋਈ। ਉਸ ਵਾਹਿਗੁਰੂ ਦਾ ਧੁਰ ਤੋਂ ਜਿਹੜਾ ਕਰਮ ਬਖਸ਼ਿਸ਼, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਉਹ ਪ੍ਰਾਪਤ ਨਹੀਂ ਹੋਇਆ। ਵਿਣ ਕਰਮਾ ਕਿਆ ਪਾਏ। ਹੁਣ ਦੋਵੇਂ ਗੱਲਾਂ ਨੇ। ਕਰਮ ਦੇ ਅਰਥ ਵੀ ਦੋ ਨੇ ਬਾਣੀ ਵਿੱਚ। ਕਰਮ ਪਦ ਫਾਰਸੀ ਵਿੱਚੋਂ ਵੀ ਆਉਂਦਾ ਹੈ ਅਤੇ ਸੰਸਕ੍ਰਿਤ ਵਿੱਚ। ਸੰਸਕ੍ਰਿਤ 'ਚ ਕਰਮ ਦਾ ਅਰਥ ਹੁੰਦਾ ਕੰਮ, ਜੋ ਅਸੀਂ ਕਰਦੇ ਹਾਂ, ਵਰਕ ਕਰਦੇ ਹਾਂ, ਪੂਜਾ ਪਾਠ ਨਿਤਨੇਮ, ਜੋ ਵੀ ਚੰਗਾ ਮਾੜਾ ਕਰਦੇ ਹਾਂ ਉਹ ਕਰਮ ਹੁੰਦਾ। ਉਹ ਸੰਸਕ੍ਰਿਤ ਵਿੱਚ ਕਰਮ ਦਾ ਮਤਲਬ ਕੰਮ ਹੁੰਦਾ, ਅਤੇ ਫਾਰਸੀ ਵਿੱਚ ਕਰਮ ਦਾ ਅਰਥ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਨੇ ਦੋਵੇਂ ਅਰਥ ਇਕੱਠੇ ਸੰਯੁਕਤ ਕੀਤੇ ਨੇ। ਪਹਿਲੀ ਪੰਕਤੀ ਧੁਰ ਕਰਮ ਨਾ ਪਾਇਓ ਪ੍ਰਾਣੀ, ਉਸ ਵਾਹਿਗੁਰੂ ਦਾ ਕਰਮ ਨਹੀਂ, ਬਖਸ਼ਿਸ਼ ਨਹੀਂ ਹੋਈ। ਵਿਣ ਕਰਮਾ ਕਿਆ ਪਾਏ। ਸ਼ੁਭ ਕਰਮਾਂ ਤੋਂ ਬਿਨਾਂ ਪਾਏਗਾ ਕੀ? ਕੁਛ ਵੀ ਨਹੀਂ। ਸ਼ੁਭ ਕਰਮ ਕਰੇਗਾ ਅਤੇ ਕਿਰਪਾ ਹੋਵੇਗੀ, ਕਿਰਪਾ ਹੋਵੇਗੀ ਅਤੇ ਸ਼ੁਭ ਕਰਮ ਕਰੇਗਾ। ਐਸੀ ਓਤ ਪੋਤ ਖੇਡ ਹੈ, ਵਿਆਖਿਆ ਹੋ ਨਹੀਂ ਸਕਦੀ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ। ਹੇ ਮੂਰਖ ਜੀਵ, ਤੂੰ ਗੁਰੂ ਦੇ ਸ਼ਬਦ ਨੂੰ ਜਪਣਾ ਸ਼ੁਰੂ ਕਰ ਦੇ, ਚੇਤੇ ਕਰ, ਅਤੇ ਤੈਨੂੰ ਗਤ ਵੀ ਮਿਲੇਗੀ, ਮਤ ਵੀ ਮਿਲੇਗੀ। ਜਿਹੜੀ ਮਤ ਨਾਮ ਜਪ ਕੇ ਪ੍ਰਾਪਤ ਹੁੰਦੀ ਹੈ, ਉਹ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਕਿਤਾਬਾਂ ਗ੍ਰੰਥ ਪੜ੍ਹ ਕੇ ਨਹੀਂ ਹੁੰਦੀ।
ਇਹ ਇੱਕ ਅਜਮਾਇਆ ਹੋਇਆ ਨੁਸਖਾ ਹੈ, ਇਹਨੂੰ ਕਿਸੇ ਕਿਤਾਬ 'ਚ ਨਹੀਂ ਲੱਭ ਸਕਦੇ। ਜਿਹੜੇ ਸਾਧੂ ਮਹਾਤਮਾ ਮਹਾਂਪੁਰਸ਼ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਬਚਨ ਕਰ ਦਿੰਦੇ ਆ, ਭਾਵੇਂ ਉਹ ਵਿਚਾਰੇ ਅੰਗੂਠਾ ਹੀ ਲਾਉਂਦੇ ਆ, ਪੜ੍ਹੇ ਨਹੀਂ ਹੁੰਦੇ, ਸਾਈਨ ਵੀ ਨਹੀਂ ਕਰ ਸਕਦੇ, ਪਰ ਅੰਦਰ ਜਿਹੜੀ ਖੇਡ ਹੁੰਦੀ ਹੈ, ਸ਼ਾਂਤੀ, ਆਨੰਦ, ਟਿਕਾ, ਜਿਹੜੀ ਗਤੀ ਨੂੰ ਉਹ ਪਹੁੰਚੇ ਹੈ, ਜਿਹੜੀ ਮਤੀ ਉਹਨਾਂ ਨੂੰ ਪ੍ਰਾਪਤ ਹੋਈ ਹੈ, ਉਹ ਸਾਧ ਸੰਗਤ ਜੀ ਸੰਸਾਰੀ ਵਿੱਦਿਆ ਪੜ੍ਹ ਕੇ ਨਹੀਂ ਹੁੰਦੀ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਹੇ ਜੀਵ ਹੇ ਮੂਰਖ ਤੂੰ ਗੁਰੂ ਦੇ ਸ਼ਬਦ ਨੂੰ ਚੇਤੇ ਕਰ। ਗਤ ਮਤ ਸ਼ਬਦੇ ਪਾਏ, ਗਤ ਵੀ ਮਿਲੇਗੀ, ਮੁਕਤੀ ਮਿਲੇਗੀ, ਮਤ ਬੁੱਧੀ ਵੀ ਮਿਲੇਗੀ। ਸ਼ਬਦ ਦੁਆਰਾ ਦੋ ਤਰ੍ਹਾਂ ਦੀ ਬੁੱਧੀ ਹੈ, ਪਦਾਰਥ ਵਿਸ਼ੈਣੀ ਬੁੱਧੀ ਸਾਰਿਆਂ ਕੋਲ ਹੀ ਹੈ, ਆਤਮ ਵਿਸ਼ੈਣੀ ਬੁੱਧੀ ਤੈਨੂੰ ਗੁਰੂ ਕੋਲੋਂ ਮਿਲੇਗੀ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਮਹਾਰਾਜ ਸਾਹਿਬ ਕਹਿੰਦੇ ਸਤਿਗੁਰੂ ਜੀ ਦੀ ਤਦੇ ਹੀ ਪ੍ਰਾਪਤੀ ਹੁੰਦੀ ਹੈ ਜੇ ਵਿੱਚੋਂ ਆਪਾ ਭਾਵ ਗਵਾ ਲਵੇ। ਇਹ ਕੋਈ ਸੌਖਾ ਕੰਮ ਨਹੀਂ, ਇਹੀ ਘਾਟੀ ਚੜ੍ਹਨੀ ਔਖੀ ਹੈ, ਅੱਗੇ ਤਾਂ ਫਿਰ ਆਨੰਦ ਹੀ ਆਨੰਦ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਅੰਧ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਾਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹਤ। ਦਿਵ ਸਰਾਧ ਹੋਏ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।